और देखिए आज मैं यहाँ पर बैठा हूँ डॉक्टर अरोड़ा जी हैं, जहाँ पर ये प्रैक्टिस कर रहे हैं 91 से। और जो अब्दुल्लापुर बस्ती है उसके आसपास का जितना भी इलाका है उसमें ये सेवा अपनी दे रहे हैं और सुबह से शाम तक इनके पास पेशेंट आते हैं। लेकिन कोरोना पैंडेमिक के कारण अब ये प्रिकॉशन ले रहे हैं कि कोरोना से दूसरों का भी बचाव रहे और डॉक्टर का भी बचाव रहे। तो पूरी किट पहनने के बाद ये जो भी पेशेंट आता है उसको चेक करते हैं और ज़रूरी हो या ज़्यादातर जो पेशेंट ज़्यादा सीरियस होते हैं या जिनको ज़्यादा प्रॉब्लम है उन्हीं को ये आजकल ट्रीट करते हैं। बाकी लोगों को ये सलाह देकर कि आप जो घर पे ही जो परहेज वगैरह करना है या जो कोई दवाई वगैरह लिख कर दे देते हैं। तो अभी कोरोना का जो समय चल रहा है और यूके में तो कोई नया कोरोना भी पैदा हो चुका है, लेकिन यहाँ पर डॉक्टर अरोड़ा जी जो हैं तो समाज की सेवक भी हैं और जगह जगह ये कैंप भी लगाते हैं, वहाँ पर अपनी सेवा भी देते हैं। तो हम डॉक्टर साहब से कुछ पूछेंगे जो बच्चों के बारे या बुजुर्ग लोग होते हैं उनके दांतों के बारे में, उनकी सफाई कैसे होनी चाहिए, उनको क्या ध्यान रखना चाहिए और कोरोना पैंडेमिक में जो लोग हैं उनको क्या ध्यान रखना चाहिए, इसके बारे में हम पूछेंगे। तो ये थोड़ा सा मैं अभी उतार रहा हूँ, तो डॉक्टर साहब से मैं उसको उतार दो, मेरे को मुझे आप भी उतार दो। हाँ जी। और देखिए ये कोरोना जो है 9 महीने से 9 महीने से हमारे हिंदुस्तान में बैठा है, लेकिन जैसा हम पढ़ते हैं कि कोरोना धीरे धीरे करके जा रहा है। चलो डॉक्टर साहब मेरे साथ राजेश अरोड़ा जी, इन्होंने क्या प्रिकॉशन लिया, इन्होंने क्या किया कोरोना पैंडेमिक में और कैसे पेशेंट को चेक किया, और मैं 2-4 सवाल और भी पूछूंगा डॉक्टर साहब से। पहले कोरोना के बारे में बताइए कि आपके जो काम था उसमें क्या इफेक्ट पड़ा और जो लोग आते थे उनको आपने कैसे ट्रीट किया। डॉक्टर राजेश अरोड़ा जी जो एक प्रैक्टिशनर हैं, इनको बहुत यानी कि नॉलेज है इसके हम के बारे। डॉक्टर राजेश अरोड़ा जी नमस्कार। पहले तो श्रीपाल जी ਤੁਹਾਡਾ ਬਹੁਤ ਬਹੁਤ ਥੈਂਕਸ, ਵੈਲਕਮ ਤੁਹਾਡਾ ਆਇਆ ਦਾ। ਸੈਕਿੰਡ ਮੈਂ ਅਪਡੇਟ ਟੂਡੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਥੈਂਕਸ ਕਰਦਾ, ਵੈਲਕਮ ਉਹਨਾਂ ਦਾ ਵੀ। ਹਾਂਜੀ ਸ਼ਰਮਾ ਜੀ। ਰਾਜੇਸ਼ ਅਰੋੜਾ ਜੀ, ਜੋ ਆਪਨੇ ਜੋ ਪ੍ਰੋਬਲਮ ਆਈ ਹੈ ਲੋਕਾਂ ਦੇ ਵਿੱਚ ਕੋਰੋਨਾ ਪੈਂਡਿੰਗ ਦੇ ਵਿੱਚ, ਜਿਹੜੇ ਲੋਕਾਂ ਦੇ ਦੰਦ ਦੁਖਦੇ ਸੀ ਜਾਂ ਕੋਈ ਪ੍ਰੋਬਲਮ ਆਉਂਦੀ, ਉਸ ਸਮੇਂ ਤੁਸੀਂ ਉਹਨਾਂ ਨੂੰ ਕਿਵੇਂ ਟ੍ਰੀਟ ਕੀਤਾ ਤੇ ਕਿਵੇਂ ਤੁਸੀਂ ਪ੍ਰੀਕੌਸ਼ਨ ਲਿਆ? ਉਸ ਤੋਂ ਜਦੋਂ ਕਰੋਨਾ ਆਇਆ ਸਤੰਬਰ 'ਚ, ਉਸ ਟਾਈਮ ਤਾਂ ਅਸੀਂ ਆਨਲਾਈਨ ਸਰਵਿਸ ਦੇਣ ਲੱਗ ਗਏ ਸੀ। ਪੇਸ਼ੈਂਟ ਕੋਈ ਵੀ ਹੈ ਕਿਤੋਂ ਵੀ ਹੈ, ਆਨਲਾਈਨ ਫੋਨ ਤੇ ਗੱਲ ਕਰਕੇ WhatsApp ਤੇ ਉਹਨਾਂ ਨੂੰ ਮੈਡੀਸਨ ਪ੍ਰਸਕ੍ਰਾਈਬ ਕੀਤੀ ਜਾ ਰਹੀ ਸੀ। ਠੀਕ ਹੈ, ਹੁਣ ਸੈਕਿੰਡ ਟਾਈਮ ਕਰੋਨਾ ਫਿਰ ਦੁਬਾਰਾ ਪੀਕ ਤੇ ਆ ਰਿਹਾ। ਇਹਦੇ ਵਾਸਤੇ ਸਰਕਾਰ ਵੱਲੋਂ ਵੈਕਸੀਨ ਵੀ ਤਿਆਰ ਕੀਤੀ ਗਈ ਹੈ। ਉਹ ਜਨਵਰੀ ਦੇ ਪਹਿਲੇ ਹਫਤੇ ਤੱਕ ਤਕਰੀਬਨ ਸਾਰੀਆਂ ਸਰਕਾਰੀ ਡਿਸਪੈਂਸਰੀਆਂ ਤੇ ਅਵੇਲੇਬਲ ਹੋ ਜਾਏਗੀ। ਜਿੱਦਾਂ ਜਿੱਦਾਂ ਕੋਈ ਇੱਦਾਂ, ਵੈਸੇ ਕੋਰੋਨਾ ਦੇ ਵਾਸਤੇ ਲੋਕਾਂ ਨੂੰ ਅਵੇਅਰ ਰਹਿਣਾ ਚਾਹੀਦਾ ਹੈ, ਡਿਸਟੈਂਸ ਬਣਾ ਕੇ ਰੱਖਣੀ ਚਾਹੀਦੀ ਹੈ, ਮਾਸਕ ਪਹਿਨਣਾ ਚਾਹੀਦਾ, ਥੋੜੀ ਥੋੜੀ ਦੇਰ ਬਾਅਦ ਆਪਾਂ ਨੂੰ ਆਪਣੇ ਹੱਥ ਵਾਸ਼ ਕਰਦੇ ਰਹਿਣਾ ਚਾਹੀਦਾ। ਕੁਝ ਕਰਨਾ ਹੈ ਨਾ ਡਾਕਟਰ ਸਾਹਿਬ, ਤੁਸੀਂ ਕਈ ਜਾਣੀ ਕਿ ਕੈਂਪ ਜਿਹੜੇ ਹੁੰਦੇ ਹੈਗੇ ਆ ਛੋਟੀ ਬਸਤੀਆਂ ਦੇ ਵਿੱਚ, ਮਜ਼ਦੂਰ ਲੋਕਾਂ ਦੇ ਵਿੱਚ ਜਾਂ ਅੱਛੇ ਜਿਹੜੇ ਏਰੀਆ ਹੈਗੇ ਉਹਨਾਂ ਦੇ ਵਿੱਚ ਵੀ ਤੁਸੀਂ ਕੈਂਪ ਕਈ ਲਾਏ ਹੈਗੇ ਆ ਤੇ ਤੁਸੀਂ ਉਹਨਾਂ ਨੂੰ ਟ੍ਰੀਟ ਵੀ ਕਰਦੇ ਰਹਿੰਦੇ ਹੋ। ਤੁਸੀਂ ਮੈਂ ਕੀ ਮਹਿਸੂਸ ਕਰਦੇ ਹੋ? ਤੁਸੀਂ ਆਪਣਾ ਤਾਂ ਟਾਈਮ ਛੱਡ ਕੇ ਜਾਂਦੇ ਹੋ ਤੇ ਲੋਕਾਂ ਦੀ ਸੇਵਾ ਕਰਦੇ ਹੈਗੇ ਹੋ। ਇਹ ਇੱਕ ਸਮਾਜ ਸੇਵਾ ਜੀ, ਕੰਮ ਛੱਡ ਕੇ ਜਾਣਾ। ਅਸੀਂ ਲੋਕ ਜਿਹੜਾ ਕੈਂਪ ਲਗਾਉਂਦੇ ਆ ਫ੍ਰੀ ਆਫ ਕਾਸਟ ਲਗਾਇਆ ਜਾਂਦਾ ਹੈ। ਕਈ ਵਾਰੀ ਕੋਈ ਸੁਸਾਇਟੀ ਨਾਲ ਮਿਲ ਜਾਂਦੀ ਹੈ, ਉਹ ਮਾੜੀ ਮੋਟੀ ਆਪਣੀ ਮੈਡੀਸਨ ਦੀ ਹੈਲਪ ਕਰ ਦਿੰਦੇ ਆ। ਕਦੇ ਵੀ ਜਾ ਕੇ ਅਸੀਂ ਆਪਣਾ ਉੱਥੇ ਪੈਡ ਨਹੀਂ ਯੂਜ਼ ਕਰਦੇ। 80% ਲੋਕ ਕੈਂਪ ਲਗਾਉਂਦੇ ਨੇ ਆਪਣੇ ਕਲੀਨਿਕ ਦੀ ਐਡ ਵਾਸਤੇ, ਆਪਣੇ ਪੇਸ਼ੈਂਟ ਨੂੰ ਉੱਥੋਂ ਬਣਾ ਕੇ ਆਪਣੇ ਕਲੀਨਿਕ ਤੇ ਬਣਾਉਣ ਲਈ। ਪਰ ਮੇਰੀ ਇੱਦਾਂ ਦੀ ਕੋਈ ਸੋਚ ਨਹੀਂ ਹੈਗੀ। ਆਪਣਾ ਪੈਡ ਵੀ ਉੱਥੇ ਬਹੁਤ ਘੱਟ ਯੂਜ਼ ਕਰੀਦਾ, ਰੈਫਰ ਨਹੀਂ ਕਰੀਦਾ। ਜੋ ਅਵੇਲੇਬਲ ਹੈ, ਮੰਨ ਲਓ ਪੇਸ਼ੈਂਟ ਦਾ ਹੋਣ ਵਾਲਾ, ਉਹਨਾਂ ਨੂੰ ਸਾਰੀ ਮੈਡੀਸਨ ਦੇ ਕੇ, ਇਨ ਕੇਸ ਕੋਈ ਇੱਦਾਂ ਦੇ ਬਜ਼ੁਰਗ ਕੋਈ ਨੀਡੀ ਆ ਜਾਂਦਾ, ਕਿਸੇ ਦਾ ਕੋਈ ਦੰਦ ਰਿਮੂਵ ਕਰਨਾ ਹੈ ਜਾਂ ਕੋਈ ਡੈਂਚਰ ਲਗਾਉਣਾ ਜਾਂ RPD ਲਗਾਉਣੀ ਹੈ, ਬਹੁਤ ਘੱਟ ਰੇਟਾਂ 'ਤੇ ਹੋ ਸਕਦਾ ਕਈ ਵਾਰੀ ਫ੍ਰੀ ਵੀ ਲਗਾ ਦਿੱਤੀਆਂ ਜਾਂਦੀਆਂ ਨੇ। ਬਾਕੀ ਇਹ ਏਰੀਏ ਸਲੰਪ ਏਰੀਆ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ, ਹਾਈ ਫਾਈ ਏਰੀਏ 'ਚ ਲਗਾਉਣ ਦਾ ਕੋਈ ਫਾਇਦਾ ਨਹੀਂ ਹੈ, ਕਨਵੈਂਟ ਸਕੂਲ 'ਚ ਲਗਾਉਣ ਦਾ ਕੋਈ ਫਾਇਦਾ ਨਹੀਂ। ਸਰਕਾਰੀ ਸਕੂਲ ਹੋਣ, ਗਲੀ ਮੁਹੱਲੇ ਦੇ ਸਕੂਲ ਹੋਣ, ਉਹਨਾਂ ਵਿੱਚ ਲਗਾ ਕੇ ਜਿਹੜੇ ਬੰਦੇ ਪੇਸ਼ੈਂਟ ਡਾਕਟਰ ਕੋਲ ਨਹੀਂ ਜਾ ਸਕਦੇ, 80% ਦਾ ਲੋਕ ਇੱਦਾਂ ਦੇ ਨੇ ਜਿਹੜੇ ਦੰਦ ਦਰਦ ਵਗੈਰਾ ਦੇ ਨਾਲ ਘਰੇ ਹੀ ਬੈਠੇ ਰਹਿੰਦੇ। ਕਈ ਬਿਮਾਰੀਆਂ ਇੰਪਰੂਵ ਹੋ ਜਾਂਦੀਆਂ, ਛੋਟੋ ਡਾਕਟਰ ਕੋਲ ਜਾਵਾਂਗੇ, ਫੀਸ ਜ਼ਿਆਦਾ, ਮੈਡੀਸਨ ਜ਼ਿਆਦਾ ਮਹਿੰਗੀ ਹੁੰਦੀ ਹੈ। ਇਸ ਕਰਕੇ ਇਹਨਾਂ ਨੂੰ ਸਲੰਪ ਏਰੀਏ 'ਚ ਬਾਕੀ ਡਾਕਟਰਾਂ ਨੂੰ ਵੀ ਕੈਂਪ ਲਗਾਉਂਦੇ ਰਹਿਣਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਗਰੀਬ ਘਰਾਂ ਦੇ ਨੇ, ਉਹਨਾਂ ਨੂੰ ਜਾ ਕੇ, ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਅਵੇਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਮਾਜ ਦੇ ਵਿੱਚ ਕਈ ਸੰਸਥਾਵਾਂ ਨੇ, ਮੈਂ ਚਾਹਾਂਗਾ ਕਿ ਉਹ ਅੱਗੇ ਉੱਠ ਕੇ ਆਉਣ। ਸਰਕਾਰੀ ਸਕੂਲਾਂ ਦੇ ਵਿੱਚ ਇਹਨਾਂ ਦੀ ਜ਼ਰੂਰਤ ਹੈ। ਕਨਵੈਂਟ ਸਕੂਲਾਂ 'ਚ ਤਾਂ ਪਹਿਲਾਂ ਹੀ ਬੱਚੇ ਬਹੁਤ ਜ਼ਿਆਦਾ ਐਡਵਾਂਸ ਨੇ, ਉਹਨਾਂ ਨੂੰ ਤਾਂ ਹਰ ਚੀਜ਼ ਦੀ ਨੌਲੇਜ ਹੈਗੀ ਹੈ। ਡਾਕਟਰ ਸਾਹਿਬ,
ਤੁਸੀਂ ਸਮਾਜ ਸੇਵਾ ਵੀ ਕਰਦੇ ਹੈਗੇ ਹੋ, ਤੁਸੀਂ ਚਾਹੁੰਦੇ ਤੁਹਾਨੂੰ 28 29 ਸਾਲ ਹੋ ਗਏ ਨੇ ਪ੍ਰੈਕਟਿਸ ਕਰਦੇ ਤੁਸੀਂ ਇੱਥੇ, ਜੀ ਹਾਂਜੀ। ਬਹੁਤ ਬੜਾ ਤੁਸੀਂ ਹਸਪੀਟਲ ਬਾਹਰ ਵੀ ਬਣਾ ਸਕਦੇ ਸੀਗੇ, ਪਰ ਤੁਸੀਂ ਇਸ ਏਰੀਆ ਦੇ ਵਿੱਚ ਬੈਠ ਕੇ ਇੱਥੇ ਲੋਕਾਂ ਦੀ ਸੇਵਾ ਕਰ ਰਹੇ ਹੋ, ਇਹ ਤੁਹਾਡੀ ਗ੍ਰੇਟਨੈਸ ਆ। ਤੇ ਤੁਸੀਂ ਜਿਹੜੇ ਅੱਜ ਕੱਲ੍ਹ ਜਿਹੜੇ ਬੱਚੇ ਨੇ, ਚਾਹੇ ਉਹ ਕਨਵੈਂਟ ਸਕੂਲ ਦੇ ਵੀ ਨੇ, ਉਹ ਦੰਦ ਵਗੈਰਾ ਨਹੀਂ ਸਾਫ਼ ਕਰਦੇ ਜਾਂ ਕੇਅਰਲੈਸ ਹੋ ਚੁੱਕੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੇਰੈਂਟਸ ਨੂੰ, ਟੀਚਰ ਨੂੰ ਪਹਿਲੇ ਦੰਦ ਚੈੱਕ ਕੀਤੇ ਜਾਂਦੇ ਸੀਗੇ, ਪਰ ਅੱਜ ਕੱਲ੍ਹ ਕੋਈ ਦੰਦ ਨਹੀਂ ਚੈੱਕ ਕਰਦਾ, ਕਿਉਂਕਿ ਬੱਚੇ ਸਿਆਣੇ ਹੋ ਜਾਂਦੇ ਤਾਂ ਵੀ ਅਵਾਇਡ ਕਰਦੇ, ਯਾਰ ਟਾਈਮ ਲੱਗੂਗਾ ਦੰਦ ਸਾਫ਼ ਕਰਾਂਗੇ। ਕਿਉਂਕਿ ਇਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਚਾਨਣਾ ਪਾਉਣਾ ਚਾਹੀਦਾ ਕਿ ਪੇਰੈਂਟਸ ਨੂੰ ਕਿਵੇਂ ਧਿਆਨ ਰੱਖਣਾ ਚਾਹੀਦਾ ਹੈ। ਅੱਜ ਦੀ ਸਾਡੀ ਡਾਈਟ ਜੰਕ ਫੂਡ ਹੈ। ਬੱਚੇ ਤਕਰੀਬਨ ਨੂਡਲ, 버ਗਰ, ਮਨਚੂਰੀਅਨ ਖਾ ਕੇ ਖੁਸ਼ ਹੈ। ਪਹਿਲੇ ਟਾਈਮ 'ਚ ਇਦਾਂ ਦੀਆਂ ਚੀਜ਼ਾਂ ਕੁਝ ਵੀ ਨਹੀਂ ਸੀ ਹੁੰਦੀਆਂ। ਘਰ 'ਚ ਮੱਕੀ ਦੇ ਦਾਣੇ ਹੁੰਦੇ ਸੀ, ਮਾਂ-ਬਾਪ ਪੈਸੇ ਵੀ ਘੱਟ ਦਿੰਦੇ ਹੁੰਦੇ ਸੀ, 10-20 ਰੁਪਏ ਜੇ ਮਿਲਦੇ ਸੀ, ਬੰਦਾ ਬੱਚੇ ਜਾ ਕੇ ਕਿਤੋਂ ਦਾਣੇ ਖਾ ਲੈਂਦੇ ਸੀਗੇ, ਮੱਕੀ ਖਾ ਲੈਂਦੇ ਸੀ। ਹੁਣ ਤਾਂ ਪੌਪਕਾਰਨ ਖਾਣ ਵਾਲੇ ਤੇ ਪੀਜ਼ਾ ਖਾਣ ਵਾਲੇ ਬੱਚੇ ਨੇ, ਦੰਦ ਤਾਂ ਇਹਨਾਂ ਦੇ ਖਰਾਬ ਹੋਣਗੇ, ਕਿਉਂਕਿ ਜਦੋਂ ਇਹ ਖਾਂਦੇ ਨੇ ਰਾਤ ਨੂੰ, ਬੱਚੇ ਅੱਜ ਕੱਲ੍ਹ ਮੋਬਾਈਲ ਦੀ ਖੇਡ ਦੇ ਵਿੱਚ ਰਾਤੀ 11-11, 12-12 ਵਜੇ ਤੱਕ ਜਾਗਦੇ ਰਹਿੰਦੇ। ਕੋਈ YouTube ਤੇ ਖੇਡਦਾ ਰਹਿ ਜਾਂਦਾ, ਕੋਈ Facebook ਤੇ। ਖਾਣਾ ਖਾਂਦਾ ਹੁੰਦਾ ਨੇ ਤੇ ਮੂੰਹ ਦੇ ਅੰਦਰ ਫੂਡ ਪਾਰਟੀਕਲ ਰਹਿ ਜਾਂਦਾ, ਦੰਦ ਇਹ ਸਾਫ਼ ਨਹੀਂ ਕਰਦੇ। ਜੇ ਆਪਾਂ ਇਹਨਾਂ ਨੂੰ ਕਹਿ ਦਈਏ ਸਕੂਲ 'ਚ ਕੈਂਪ ਲੱਗਦੇ ਆ, ਅਵੇਅਰ ਕਰਦੇ, ਟੀਚਰ ਦੱਸਦੇ ਵੀ 2 ਟਾਈਮ ਦਾ ਬਰਸ਼ ਬਹੁਤ ਜ਼ਰੂਰੀ, ਰਾਤ ਦਾ ਬਰਸ਼ ਬਹੁਤ ਜ਼ਿਆਦਾ ਜ਼ਰੂਰੀ ਹੈ। ਰਾਤ ਨੂੰ ਜਦੋਂ ਫੂਡ ਪਾਰਟੀਕਲ ਰਹਿ ਜਾਂਦਾ, ਬੈਕਟੀਰੀਆ ਡਿਵੈਲਪ ਹੀ ਉਦੋਂ ਹੁੰਦਾ। ਪਰ ਸਾਡੇ ਬੱਚੇ ਸਮਝਾਉਣ ਤੋਂ ਬਾਅਦ ਵੀ, ਜਿਹੜੇ ਹਾਈ-ਫਾਈ ਕਲਾਸ ਦੇ ਬੱਚੇ ਨੇ, ਉਹ ਨਹੀਂ ਸਮਝਦੇ। ਮਾਂ-ਬਾਪ ਨੇ ਛੋਟੇ-ਛੋਟੇ ਬੱਚਿਆਂ ਨੂੰ ਮੋਬਾਈਲ ਲੈ ਕੇ ਦਿੱਤੇ ਹੋਏ ਨੇ। ਜਿਹੜੇ ਮਰਜ਼ੀ ਛੋਟੇ ਦੇ ਬੱਚੇ ਨੂੰ ਦੇਖੋ, YouTube ਲੈ ਕੇ ਬੈਠਾ ਹੋਇਆ। ਉਹ ਟਾਈਮ ਸਾਹਿਬ, ਇੱਕ ਮੈਂ ਹੋਰ ਤੁਹਾਨੂੰ ਗੱਲ ਕਰ ਰਿਹਾ ਹੈਗਾ ਵਾਂ, ਤੁਸੀਂ ਕਈ ਦੰਦ ਦੇ ਜਾਣੀ ਕਿ ਆਪਾਂ ਦਾਣੇ ਚਵਾਉਂਦੇ ਹੈਗੇ ਆ, ਤੇ ਅੱਜ ਕੱਲ੍ਹ ਜਿਹੜੇ ਲੋਕ ਆ ਕੋਈ ਦਾਣੇ ਨਹੀਂ ਚਵਾਉਂਦਾ ਹੈਗਾ, ਤੇ ਜਾਣ ਕੇ ਜਿਹੜੇ ਪਹਿਲੇ ਆਪਾਂ ਦਾਤਣ ਕਰਦੇ ਸੀ ਕਿੱਕਰ ਵਗੈਰਾ ਦੀ, ਉਹ ਆਪਣੇ ਦੰਦਾਂ ਦੀ ਐਕਸਰਸਾਈਜ਼ ਹੁੰਦੀ ਸੀਗੀ, ਤੇ ਅੱਜ ਕੱਲ੍ਹ ਦੰਦਾਂ ਦੀ ਐਕਸਰਸਾਈਜ਼ ਨਹੀਂ ਹੁੰਦੀ। ਅੱਜ ਕੱਲ੍ਹ ਜਿੰਨੇ ਵੀ ਆਪਾਂ ਸੌਫਟ ਫੂਡ ਖਾਂਦੇ ਹੈਗੇ, ਉਹ ਦੰਦਾਂ ਦੀ ਐਕਸਰਸਾਈਜ਼ ਨਹੀਂ ਹੁੰਦੀ। ਜਵਾੜਾ ਜਿਹੜਾ ਹੈਗਾ ਉੱਦਾਂ ਦੇ ਉੱਦਾਂ ਰਹਿੰਦਾ, ਪਹਿਲੇ ਦੰਦ ਮਾਰਦੇ ਸੀ, ਚੱਬਦੇ ਸੀ, ਤੇ ਜਾਣੀ ਕਿ ਬਹੁਤ ਐਕਸਰਸਾਈਜ਼ ਹੁੰਦੀ ਸੀ। ਇਹਦੇ ਬਾਰੇ ਦੱਸੋ ਵੀ ਉਹ ਜਿਹੜੀ ਚੇਂਜ ਆਈ ਆ, ਉਹਦੇ ਨਾਲ ਕੀ ਨੁਕਸਾਨ ਹੋ ਰਹੇ ਨੇ? ਪਹਿਲਾਂ ਜਿਹੜੀ ਸਾਡੀ ਡਾਈਟ ਸੀ, ਹਾਰਡ ਡਾਈਟ, ਜਿਵੇਂ ਦਾਣੇ ਚੱਬ ਲਏ, ਛੋਲੇ ਖਾ ਲਏ, ਮੱਕੀ ਦੀ ਰੋਟੀ ਖਾ ਲਈ, ਕਣਕ ਖਾ ਲਈ, ਜਾਂ ਆਪਣਾ ਬਾਜਰੇ ਦਾ ਆਟਾ ਹੋ ਗਿਆ, ਉਹਨੇ ਚੀਜ਼ਾਂ ਨਹੀਂ ਮਿਲ ਰਹੀਆਂ। ਅੱਜ ਦਾ ਬੱਚਾ ਜਿਹਨੂੰ ਕੁਝ ਭੁੱਖ ਲੱਗੀ ਜਾਂ ਤੁਹਾਡੇ ਨਾਲ ਕਿਤੇ ਟੂਰ ਤੇ ਜਾ ਰਿਹਾ, ਉਹਨੇ ਇੱਕ ਚਿਪਸ ਦਾ ਪੈਕਟ ਲੈ ਲੈਣਾ, ਨਾਲ ਇੱਕ ਕੋਲਡ ਡਰਿੰਕ ਲੈ ਲੈਣੀ ਹੈ, ਜਿਹਨੇ ਹਜ਼ਾਰਾਂ ਬਿਮਾਰੀਆਂ ਤੁਹਾਡੇ ਪੇਟ 'ਚ ਪੈਦਾ ਕਰ ਦੇਣੀ। ਤੁਹਾਡੇ ਦੰਦ ਤਾਂ ਖਰਾਬ ਹੋਣੇ, ਹੋਰ ਬਿਮਾਰੀਆਂ ਕਈ ਹੋ ਜਾਂਦੀਆਂ ਨੇ। ਅੱਜ ਦੇ ਬੱਚਿਆਂ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ। ਮਾਂ-ਬਾਪ ਨੂੰ ਵੀ ਚਾਹੀਦਾ, ਬੱਚਿਆਂ ਨੂੰ ਇਸ ਚੀਜ਼ 'ਤੇ, ਉਹਨਾਂ ਨੂੰ YouTube ਦੇ ਇਲਾਵਾ ਆਹ ਚੀਜ਼ਾਂ ਦੱਸਣੀਆਂ ਚਾਹੀਦੀਆਂ, ਪੁੱਤਰ ਆਹ ਚੀਜ਼ ਖਾਣੀ ਹੈ ਨਹੀਂ ਖਾਣੀ। ਪਰ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਨਹੀਂ ਬੱਚੇ ਸਮਝ ਰਹੇ ਆ ਜੀ। ਇੱਕ ਦੇਖੋ, ਪਹਿਲੇ ਗੰਨਾ ਹੁੰਦਾ ਸੀ, ਗੰਡੇਰੀਆਂ ਹੁੰਦੀਆਂ ਸੀ, ਉਹਨਾਂ ਦੇ ਦੰਦ ਦੀ ਐਕਸਰਸਾਈਜ਼ ਹੁੰਦੀ ਸੀਗੀ। ਬਿਲਕੁਲ ਸਰ। ਤੇ ਉਸ ਤੋਂ ਬਾਅਦ ਜਿਹੜੇ ਕਿੱਕਰ ਦੰਦ ਹੁੰਦੇ ਸੀ, ਇਹਦੇ ਵੀ ਦੱਸੋ ਕਿਵੇਂ ਆਪਣਾ ਫਾਇਦਾ ਹੁੰਦਾ ਸੀਗਾ? ਕਿੱਕਰ ਐਂਟੀਬਾਇਓਟਿਕ ਹੈ ਜੀ। ਜਿੰਨਾ ਆਪਾਂ ਉਹਨੂੰ ਚਬਾਵਾਂਗੇ, ਨਿੰਮ ਹੋ ਗਿਆ, ਤੁਹਾਡੇ ਦੰਦਾਂ ਦੇ ਵਿੱਚ ਮੰਨ ਲਓ ਕਿਸੇ ਦੇ ਕੋਈ ਕੈਵਿਟੀ ਬਣ ਜਾਂਦੀ ਹੈ, ਕਿਸੇ ਕਾਰਨ ਇਨਫੈਕਸ਼ਨ ਹੋ ਜਾਂਦੀ ਹੈ। ਜਦੋਂ ਪੇਸ਼ੈਂਟ ਉਹਨੂੰ ਬਾਈਟ ਕਰਦਾ ਸੀਗਾ, ਕੋਈ ਵੀ ਪਰਸਨ ਬਾਈਟ ਕਰਦਾ ਸੀ, ਅੰਦਰ ਦੀ ਇਨਫੈਕਸ਼ਨ ਬਾਹਰ ਆ ਜਾਂਦੀ ਸੀ, ਕਿੱਕਰ ਦੇ ਨਾਲ ਬਾਹਰ ਆ ਜਾਣੀ, ਜਾਂ ਨਿੰਮ ਦੇ ਦਾਤਣ ਨਾਲ। ਹੁਣ ਤਾਂ ਕੈਮੀਕਲ ਹੈਗੇ ਆ, ਹੁਣ ਕੈਮੀਕਲ ਦੀ ਦੌੜ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਸਾਡੀਆਂ ਵੀ ਪੇਸਟਾਂ ਆ ਗਈਆਂ ਹੋਈਆਂ ਨੇ। ਕੁਝ ਪੇਸਟਾਂ ਨੇ ਜਿਹੜੀਆਂ ਮੈਡੀਕੇਟਡ ਨੇ। ਹੁਣ ਜਿਵੇਂ ਹਿੰਦੁਸਤਾਨ ਲੀਵਰ, ਇਹ ਚੀਜ਼ਾਂ ਜਿਹੜੀਆਂ ਕੰਪਨੀਆਂ ਨੇ ਬਿਨਾਂ ਨਾਮ ਤੋਂ, ਇਹ ਆਪਣੇ ਇੱਕ ਕੰਪਨੀ 18 ਪੇਸਟਾਂ ਕੱਢ ਰਹੀ ਹੈ, ਉਹਨਾਂ ਬਾਰੇ ਅੱਛਾ, ਗੰਨੇ ਦੀ ਗੰਡੇਰੀਆਂ ਜਿਹੜੀਆਂ ਦੰਦ ਪਹਿਲੇ ਆਪਣੇ ਦੰਦਾਂ ਨਾਲ ਗੰਨਾ ਛਿਲਦੇ ਸੀਗੇ, ਫੇਰ ਚੱਬਦੇ ਸੀਗੇ, ਉਹਦੇ ਬਾਰੇ ਦੱਸੋ। ਦੇਖੋ, ਇੱਕ ਐਕਸਰਸਾਈਜ਼ ਹੋ ਜਾਂਦੀ ਹੈ। ਕਦੇ ਵੀ ਦੇਖਿਆ ਹੋਵੇਗਾ, ਪੁਰਾਣੇ ਬਜ਼ੁਰਗਾਂ ਦੇ 100 ਸਾਲ ਤੋਂ ਬਾਅਦ ਤੱਕ ਵੀ ਦੰਦ ਚੱਲਦੇ ਸੀਗੇ, ਖਾਂਦੇ ਪੀਂਦੇ ਸੀ। ਹੁਣ ਤੁਹਾਡੇ ਕੋਲ 25-30 ਸਾਲ ਦਾ ਬੱਚਾ ਆ ਜਾਂਦਾ, ਈਵਨ 13-13 ਸਾਲ ਤੋਂ ਬਾਅਦ ਜਦੋਂ ਉਹਨਾਂ ਦੇ ਪਰਮਾਨੈਂਟ ਦੰਦ ਆਉਂਦੇ ਨੇ, ਤਕਰੀਬਨ ਕੈਵਿਟੀਆਂ ਹੁੰਦੀਆਂ। ਇਹ ਸਾਡੀ ਡਾਈਟ ਸਹੀ ਹੈ, ਇਹ ਸਾਨੂੰ समझना चाहिए ਤੇ ਬੱਚਿਆਂ ਨੂੰ ਕੰਟਰੋਲ करना चाहिए। देखिए, डॉक्टर साहब ने बताया कि जो बच्चे हैं उनको चबाने के लिए, जैसे दाने हुए, गंडेरियां हो गई, दातुन हो गई, आजकल वो करते नहीं, वो करते थे मेडिकल पहले। लाइन में किताब में जैसे आप खाना खाते हैं, एक बाइट ली, उसको 32 बार चबाना, उसके अंदर सलाइवा है, और रस निकलेगा तो पेट में जाएगा। इसी हिसाब से हम तंदुरुस्त रहेंगे। आज के वक्त में बाइट मुंह में डालते हैं, नजर उनकी टीवी पे होती है या मोबाइल पे चैनल पे देख रहे होते हैं, खाना खा रहे होते हैं, खाना खाते हुए भी ये लोग मोबाइल नहीं छोड़ रहे। ये चीज जब से मोबाइल आया, फायदा तो हुआ ही है, पर उसके नुकसान भी बहुत ज्यादा है। जब खाना खाते हैं तो उस समय जब दांतों से कुछ चबाते हैं तो कुछ देखना नहीं चाहिए, किसी से बात, पहले लोग कहते थे ना, खाते हुए गाल नहीं करनी चाहिए थी, तो बात नहीं करनी चाहिए। जब खा रहे हैं तो शांति से खाएं, 10 मिनट 5 मिनट जो लगते हैं उस समय घर में शांति होनी चाहिए, आपको भी शांति से बैठना चाहिए। टीवी वगैरह देखना, जो मोबाइल वगैरह देखना, इसका बिल्कुल भी यूज नहीं करना चाहिए। डॉक्टर साहब ने यही कहा। बाकी जो एक्सरसाइज है दांतों की गंडेरियों से हो गई, अपने जो दाने वगैरह चबाते थे, छल्ली वगैरह खाते थे, उससे एक्सरसाइज होती थी। लेकिन आजकल जितना जंक फूड है, ब्रेड वगैरह में जो बर्गर वगैरह है या नूडल्स वगैरह हैं, तो आप देख ही सकते हैं पास्ता वगैरह, उनमें क्या चीज़ होती है, कुछ भी नहीं, अंदर रखा, दांतों को चबाए बिना ही वो अंदर चला जाता है। तो उसके साथ कोल्ड ड्रिंक सभी लोग लेते हैं।
तो डॉक्टर साहब जी एक मेरे को और बताओ, जो बुजुर्ग लोग होते हैं उनको दांतों की बार वो लगाते हैं, जुबाड़ा वगैरह लगाते हैं लगाते हैं, तो उनको सेट नहीं होता, उसके बारे में थोड़ा सा बुजुर्ग लोगों को फायदा एक्चुअली होता है। हम लोगों को आदत नहीं होती, बुजुर्ग को पहले ओरिजिनल दांत से खाने के बाद आर्टिफिशियल दांत से खाने की आदत नहीं होती। डेंचर लगाने के बाद महीना 15 दिन में सेटिंग हो जाती है। जैसे जैसे पेशेंट बाइट करता है वहाँ नीचे निशान बनने चालू हो जाते हैं। जैसे जैसे उसके निशान बनेंगे उस डेंचर को उतना उतना रिमूव किया जाता है। महीने 15 दिन के अंदर सेट हो जाता है। कुछ पेशेंट है जो इस चीज़ को हफ्ता 15 दिन वेट नहीं कर पाते, इसलिए वो दांतों को उतार देते, मेरी सेट नहीं है। ना सेट होने वाली कोई ऐसी बात नहीं है, टाइम तो लगता ही है। जैसे मान लो शादी के बाद नई बहू आती है, उसको भी तो 1 साल लग जाता है आपके फैमिली में आके एडजस्ट होने में। ऐसे ही जीव के साथ हर चीज़ को एडजस्ट होने में टाइम लगता है। तो जो सीनियर सिटीजन है वो कहते हैं हमारे दांत अभी लगाए तो अभी हम खाना चालू कर दें, अभी हम जाने के अपना गडेरिया चबाना शुरू कर दें, या फिर कहते हैं हमको सेट नहीं बैठे, मुंह दुखने लग गया, जुबाड़ा दुखने लग गया। यही अक्सर प्रॉब्लम जो देखने को मिलती है जो बुजुर्ग लोग होते हैं। तो लेकिन कुछ लोग के ज़्यादा पैसे लेके कहते हैं कि हमने बहुत बढ़िया लगा दिया, उसके बारे में बताओ थोड़ा सा। भी एक ही जैसे होता है ये जो आप फिट करते हैं या अलग अलग क्वालिटी होती नहीं, है? इसमें क्वालिटियाँ होती हैं, मटेरियल होता है अपना, फ्लेक्सिबल आते हैं, सॉफ्ट मटेरियल आता है, आता सब कुछ है। अगर इस चीज़ में मान लो एक गरीब पेशेंट आ गया दांत लगवाने, वो कहता मैं 15 या 20 हज़ार नहीं खर्च सकता, तो इसका मतलब वो डेंचर नहीं लगवाएगा। डेंचर जो पुराने चलते आ रहे हैं हम लोग लगाते हैं, 3000, 4000, 5000 तक लग जाता है, बढ़िया होता है वो भी। चबाने के लिए टाइम देना पड़ता है, उसको एडजस्ट करना पड़ता है। ये नहीं कि आपने ज़्यादा पैसे खर्च करके बढ़िया डेंचर लगा लिया तो वो जाके मुंह में अपने आप दाना तो चबाएगा नहीं। खाना अगर महंगा है तो वो खा के तो देगा नहीं, खाने के लिए मुंह तो आपको हिलाना पड़ेगा, चबाना तो पेशेंट को ही पड़ेगा। कोई ऐसी बात नहीं कि सस्ते वाला सेट नहीं होता, महंगे वाला सेट हो जाता। सेटिंग तो पेशेंट के ऊपर है, उसकी जीभ के ऊपर है, टंग के ऊपर है। बार बार जीभ उसको बाहर निकालती, इसलिए उसको सेटिंग होने में टाइम लगता है। तो डॉक्टर साहब आप क्या कहना चाहोगे आज के पेरेंट्स को, बच्चों को, समाज को, क्योंकि आप समाज सेवक हैं, जहाँ से ज़्यादा टाइम आप लोगों की सेवा में लगाते हैं। कभी आपको कैंप के लिए भी कहता हो तो आप तोड़ दीजिए दुकान को, अपना ऑफिस बंद करके चले जाते हो, अपने जो क्लिनिक है बंद करके चले जाते हो। लोगों ने बहुत शीशे वाले क्लिनिक बना लिए हैं, बड़े बड़े बना लिए हैं, लेकिन जो काम करने वाले टेक्नीशियन है, जो डेंटल टेक्नीशियन है, तो आपको सबसे ज़्यादा एक्सपीरियंस है लुधियाना शहर में। तो मैं आपको आखिरी यही सवाल करना चाहता हूँ कि बच्चों को क्या करना चाहिए, बड़ों को क्या करना चाहिए अपने दांतों की सुरक्षा के लिए, और कितना चबा कर खाना चाहिए, जंक फूड से कैसे बचना चाहिए, एक बार लास्ट में हमको ये भी बता दीजिए डॉक्टर राजेश अरोड़ा जी। आज का वक्त बहुत फास्ट है, बच्चे छोड़ो, बच्चों के माँ बाप